Hello plus 2 class students. Today we are going to discuss about chapter 3 lateral thinking out of the box. Hello students, class plus 2 chapter 3 ਦੀ ਅਸੀਂ ਗੱਲ ਜਿਹੜੀ ਹੈ ਉਹ ਅੱਜ ਕਰਨੀ ਚਾਹੁੰਦੇ ਹਾਂ। ਇਸ ਤੋਂ ਪਹਿਲਾਂ ਜਿਵੇਂ ਕਿ ਅਸੀਂ ਚੈਪਟਰ 1 ਹਸਨਸ ਅਟੈਂਡੈਂਸ ਪ੍ਰੋਬਲਮ ਅਤੇ ਚੈਪਟਰ 2 ਦ ਮਾਰਚ ਕਿੰਗ ਕਰ ਚੁੱਕੇ ਹਾਂ ਤੇ ਨਾਓ this time chapter number 3 plus 2 class English reader thinking out of the box lateral thinking out of the box means कि एक different thinking जो कि normal conditions ਦੇ ਵਿੱਚ ਬਿਲਕੁਲ ਹੀ ਅਲੱਗ ਹੁੰਦੀ ਹੈ ਜੋ ਸੋਚ ਦੇ ਹਿਸਾਬ ਨਾਲ ਨਾ ਹੁੰਦੀ ਹੋਵੇ। ਸੋ ਇਸ ਦੇ ਫਸਟ ਆਫ ਆਲ ਲੌਂਗ ਆਨਸਰਸ ਤੇ ਅਸੀਂ ਗੱਲ ਕਰਦੇ ਹਾਂ। ਫਸਟ ਕੁਐਸਚਨ ਹੈ ਰਾਈਟ ਅ ਨੋਟ ਔਨ ਦ ਥੀਮ ਆਫ ਦ ਚੈਪਟਰ lateral thinking। lateral thinking ਦੇ ਥੀਮ ਦੀ ਗੱਲ ਕਰ ਰਹੇ ਹਾਂ। the theme of chapter lateral thinking shows that difficult situations can be solved by thinking differently। ਕਿ ਇਹ ਜੋ ਚੈਪਟਰ ਹੈ ਇਹ ਦੱਸਦਾ ਹੈ ਕਿ ਅਲੱਗ-ਅਲੱਗ difficult situations ਨੂੰ can be solve ਕੀਤਾ ਜਾ ਸਕਦਾ ਹੈ by thinking differently। Some problems can't solved by logical method। ਕੁਝ problems ਨੂੰ ਅਸੀਂ ਕਿਸੇ logical method ਦੇ ਨਾਲ solve ਨਹੀਂ ਕਰ ਸਕਦੇ। lateral thinking ਜੋ ਹੈ is creative thinking। ਇਹ ਇੱਕ ਨਵੀਂ ਹੀ ਕੋਈ thinking ਹੈ ਜਿਸ ਨੂੰ ਕਿ ਅਸੀਂ expect ਨਹੀਂ ਕਰਦੇ ਹਾਂ ਬਟ ਉੱਥੇ ਇੱਕ ਅਲੱਗ ਜਿਹੀ thinking ਆਣਾ। It is a thinking differently or doing something in different way। ਸੋਚਣਾ ਅਲੱਗ ਢੰਗ ਨਾਲ ਜਾਂ ਕੁਝ ਕਰਨਾ ਅਲੱਗ ਢੰਗ ਨਾਲ, ਉਹ ਹੈ ਇਸ thinking ਦਾ ਮੇਨ concept। ਐਡਵਰਡ ਡੀ ਬੋਨੋ propagated it worldwide। ਜੋ ਮੇਨਲੀ ਇਸ thinking ਦੇ ਉੱਪਰ ਕੰਮ ਹੈ ਉਹ ਐਡਵਰਡ ਡੀ ਬੋਨੋ ਨੇ ਕੀਤਾ ਹੈ। ਉਹਨਾਂ ਨੇ ਹੀ ਇਸ ਨੂੰ ਜਿਹੜਾ ਹੈ ਵਰਲਡ ਵਾਈਡ ਇਸ ਨੂੰ ਪ੍ਰੋਪੇਗੇਟ ਕੀਤਾ ਹੈ ਤੇ ਵਧਾਇਆ ਹੈ। ਅਕੋਰਡਿੰਗ ਟੂ ਹਿਮ ਇੰਟੈਲੀਜੈਂਸ ਇਜ਼ ਪੋਟੈਂਸ਼ੀਅਲ ਵਾਈਲ ਥਿੰਕਿੰਗ ਇਜ਼ ਸਕਿੱਲ ਟੂ ਯੂਜ਼ ਦ ਪੋਟੈਂਸ਼ੀਅਲ ਵੈਲ। ਉਹਨਾਂ ਦੇ ਹਿਸਾਬ ਨਾਲ ਇੱਕ ਸਮਝਦਾਰੀ ਕਿਆ ਹੈ, ਇੱਕ ਪੋਟੈਂਸ਼ੀਅਲ ਹੈ, ਜਦਕਿ ਥਿੰਕਿੰਗ ਇਜ਼ ਸਕਿੱਲ ਕਿ ਅਸੀਂ ਉਸ ਨੂੰ ਕਿਸ ਵੇ ਨਾਲ ਯੂਜ਼ ਕਰਨਾ ਹੈ, ਉਹ ਕੰਡੀਸ਼ਨ ਨੂੰ ਅਸੀਂ ਦੇਖਣਾ ਹੈ। ਸੋ ਦ ਚੈਪਟਰ ਗਿਵਸ ਸਮ ਐਗਜ਼ਾਮਪਲਸ। ਕੁਝ ਐਗਜ਼ਾਮਪਲਸ ਨੇ ਇਸ ਚੈਪਟਰ ਦੇ ਵਿੱਚ। ਇੱਕ ਤਾਂ ਹੈ ਇੱਕ ਲੜਕੀ ਦੀ, ਅ ਗਰਲਸ ਪੂਅਰ ਫਾਦਰ ਹੈਜ਼ ਟੂ ਪੇ ਅ ਲੋਟ ਆਫ ਮਨੀ ਟੂ ਮਨੀ ਲੈਂਡਰ। ਗਰੀਬ ਲੜਕੀ ਦੇ ਫਾਦਰ ਨੂੰ ਬਹੁਤ ਸਾਰਾ ਕਰਜ਼ਾ ਜਿਹੜਾ ਹੈ ਉਹ ਜ਼ਮੀਂਦਾਰ ਨੂੰ, ਮਨੀ ਲੈਂਡਰ ਜ਼ਮੀਂਦਾਰ ਨੂੰ ਦੇਣਾ ਹੈ। She was asked to choose money lender her husband by pebble game। ਤੇ ਜ਼ਮੀਂਦਾਰ ਨੇ ਉਸ ਨੂੰ ਪੈਬਲ ਗੇਮ ਦੇ ਨਾਲ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ if you want to free your father, ਤੁਸੀਂ ਆਪਣੇ ਫਾਦਰ ਨੂੰ ਇਸ ਕਰਜ਼ੇ ਤੋਂ ਮੁਕਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਜਿਹੜਾ ਹੈ ਮੈਨੂੰ ਐਜ਼ ਯੂਅਰ ਹਸਬੈਂਡ ਜਿਹੜਾ ਹੈ ਉਹ ਐਕਸੈਪਟ ਕਰ ਲਓ। ਤੇ ਉਹ ਵੀ ਕਿਸ ਤਰ੍ਹਾਂ? ਬਾਈ ਪੈਬਲ ਗੇਮ। ਸ਼ੀ ਸੇਵ ਹਰਸੈਲਫ ਐਂਡ ਹਰ ਫਾਦਰ ਬਾਈ ਲੇਟਰਲ ਥਿੰਕਿੰਗ। ਉਸਨੇ ਆਪਣੇ ਆਪ ਨੂੰ ਅਤੇ ਆਪਣੇ ਫਾਦਰ ਨੂੰ ਇਸ ਡਿਫਰੈਂਟ ਥਿੰਕਿੰਗ ਵਿਦ ਡਿਫਰੈਂਟਲੀ, ਜੋ ਕਿ ਚੈਪਟਰ ਦਾ ਨਾਮ ਵੀ ਕਹਿੰਦਾ ਹੈ ਥਿੰਕਿੰਗ ਆਊਟ ਆਫ ਦ ਬਾਕਸ, ਡਿਫਰੈਂਟਲੀ ਥਿੰਕਿੰਗ ਦੇ ਨਾਲ ਆਪਣੇ ਫਾਦਰ ਨੂੰ ਵੀ ਸੇਵ ਕੀਤਾ ਤੇ ਆਪਣੇ ਆਪ ਨੂੰ ਵੀ। Similarly, a millionaire used to park his car for 15 days in the middle of the city by paying a loan of $15। ਤੇ ਇਸੇ ਤਰੀਕੇ ਨਾਲ ਇੱਕ ਦੂਸਰੀ ਕਹਾਣੀ ਹੈ ਜਿਸ ਦੇ ਵਿੱਚ ਇੱਕ ਬਹੁਤ ਹੀ ਅਮੀਰ ਆਦਮੀ ਨੇ ਆਪਣੀ ਗੱਡੀ ਜਿਹੜੀ ਹੈ, ਬਹੁਤ ਹੀ ਕੀਮਤੀ ਕਾਰ ਜਿਹੜੀ ਹੈ, ਉਹ ਸ਼ਹਿਰ ਦੇ ਵਿੱਚੋਂ ਵਿੱਚ ਪਾਰਕ ਕਰਨ ਦੇ ਵਾਸਤੇ ਉਸਨੇ ਜਿਹੜਾ ਹੈ 15 ਦਿਨਾਂ ਦੇ ਲਈ ਉਸਨੇ ਜਿਹੜਾ ਹੈ ਇੱਕ ਬੈਂਕ ਤੋਂ ਲੋਨ ਲਿਆ
ਤੇ ਉਹ ਵੀ ਕਿਸ ਤਰ੍ਹਾਂ ਬਾਈ ਥਿੰਕਿੰਗ ਡਿਫਰੈਂਟਲੀ ਸੋਚ ਕੇ ਕਿ ਇੱਕ ਪਾਰਕਿੰਗ ਦੇ ਵਿੱਚ ਗੱਡੀ ਨੂੰ ਖੜਾਉਣ ਨਾਲ ਕਿਤੇ ਵਧੀਆ ਹੈ ਜੇ ਮੈਂ ਆਪਣੀ ਗੱਡੀ ਨੂੰ ਇੱਕ ਬੈਂਕ ਦੇ ਵਿੱਚ ਬੜੀ ਸੇਫ ਢੰਗ ਨਾਲ ਉੱਥੇ ਖੜੀ ਰਹੇਗੀ। ਤੇ ਇਸ ਤਰ੍ਹਾਂ ਜਿਹੜਾ ਹੈ ਉਸਨੇ ਆਪਣੀ ਗੱਡੀ ਨੂੰ 15 ਦਿਨਾਂ ਦੇ ਲਈ ਬੈਂਕ ਦੇ ਵਿੱਚ ਪਾਰਕ ਕੀਤਾ ਤੇ ਉਸਦੇ ਅਗੇਂਸਟ ਉਸਨੇ ਇੱਕ $5000 ਦਾ ਲੋਨ ਲਿਆ ਜੋ ਕਿ ਉਸਨੇ ਬੜਾ ਈਜ਼ੀਲੀ ਪੇ ਕਰ ਦਿੱਤਾ। ਸੋ ਬੋਥ ਦ ਸਟੋਰੀਜ਼ ਸ਼ੋਜ਼ importance of lateral thinking. So this is all about long question of the chapter जो कि क्या है main theme है इस chapter ਦਾ। next ਅਸੀਂ ਗੱਲ ਕਰਦੇ ਹਾਂ ਜੀ short questions ਦੀ। short questions ਦੀ ਗੱਲ ਕਰੀਏ ਤਾਂ what was the proposal given to the poor farmer by the money lender? क्या proposal ਦਿੱਤੀ ਗਈ ਸੀ ਉਸ ਗਰੀਬ ਨੂੰ ਕਿਹਦੇ ਵੱਲੋਂ? ਬੁੱਢੇ ਜ਼ਮੀਂਦਾਰ ਵੱਲੋਂ। The money lender said he would forgo the farmer's debt. ਉਸ ਦਾ ਸਾਰਾ ਕਰਜ਼ਾ ਮਾਫ ਕਰ ਦੇਵੇਗਾ if he could marry the farmer's daughter, ਕਿ ਜੇਕਰ ਉਹ ਉਸ ਗਰੀਬ ਕਿਸਾਨ ਦੀ ਬੇਟੀ ਨਾਲ ਸ਼ਾਦੀ ਕਰ ਲਵੇਗਾ, ਵਿਆਹ ਕਰ ਲਵੇਗਾ ਤਾਂ ਉਹ ਜਿਹੜਾ ਹੈ ਉਸ ਗਰੀਬ ਕਿਸਾਨ ਦਾ ਸਾਰਾ ਕਰਜ਼ਾ ਮਾਫ ਕਰ ਦੇਵੇਗਾ। What would have happened if the girl had selected a black pebble in the pebble game? What would have happened? ਕੀ ਹੋ ਜਾਂਦਾ ਜੇਕਰ ਉਹ ਗਰਲ ਸਿਲੈਕਟ ਕਰ ਲੈਂਦੀ ਉਸ ਕਾਲੇ ਪੱਥਰ ਨੂੰ in the pebble game? ਪੈਬਲ ਗੇਮ ਦੇ ਵਿੱਚ ਜੇ ਉਹ ਕਾਲੇ ਪੱਥਰ ਨੂੰ ਸਿਲੈਕਟ ਕਰ ਲੈਂਦੀ ਤਾਂ ਕੀ ਹੋ ਜਾਂਦਾ? If she had picked black pebble, she would become his wife and her father's debt would be written off. ਤੇ ਜੇਕਰ ਉਹ ਉਸ ਕਾਲੇ ਪੱਥਰ ਨੂੰ ਕੱਢ ਲੈਂਦੀ ਤਾਂ ਉਹ ਉਸ ਬੁੱਢੇ ਜ਼ਮੀਂਦਾਰ ਦੀ ਵਾਈਫ ਬਣ ਜਾਂਦੀ ਅਤੇ ਉਸਦੇ ਫਾਦਰ ਦਾ ਸਾਰਾ ਜਿਹੜਾ ਕਰਜ਼ਾ ਸੀ ਉਹ ਮਾਫ ਹੋ ਜਾਣਾ ਸੀ, ਰਿਟਨ ਆਫ ਹੋ ਜਾਣਾ ਸੀ। ਸੋ what trick did the money lender cunningly play to win the game? money lender ਜ਼ਿਮੀਂਦਾਰ ਨੇ ਕਿਹੜੇ ਤਰੀਕੇ ਦੇ ਨਾਲ ਚਲਾਕੀ ਕੀਤੀ ਤਾਂ ਕਿ ਉਹ ਗੇਮ ਨੂੰ to win the game ਜਿੱਤ ਜਾਵੇ। The money lender had picked 2 black pebbles and put them in his bag. ਤੇ ਉਸਨੇ ਆਪਣੇ ਬੈਗ ਦੇ ਵਿੱਚ ਦੋਨੇ ਹੀ ਪੱਥਰ 2 black pebbles ਦੋਨੋਂ ਹੀ ਕਾਲੇ ਰੰਗ ਦੇ ਪੱਥਰ ਲੈ ਕੇ ਆਪਣੇ ਬੈਗ ਦੇ ਵਿੱਚ ਪਾ ਲਏ ਸੀ। ਸੋ ਨੈਕਸਟ ਵਨ, ਹਾਊ ਡਿਡ ਦ ਗਰਲ ਇੰਟੈਲੀਜੈਂਟਲੀ ਵਿਨ? ਲੜਕੀ ਨੇ ਕਿਸ ਚਲਾਕੀ ਦੇ ਨਾਲ ਆਪਣੇ ਆਪ ਨੂੰ ਬਚਾਇਆ, ਆਪਣੇ ਫਾਦਰ ਨੂੰ ਬਚਾਇਆ? ਸੋ as she knew both pebbles in the bag are black, ਕਿਉਂਕਿ ਉਸਨੇ ਦੇਖ ਲਿਆ ਸੀ ਜ਼ਿਮੀਂਦਾਰ ਨੂੰ ਦੋਨੇ ਪੱਥਰ ਚੱਕਦੇ ਹੋਏ ਦੋਨੇ ਹੀ ਉਸਨੇ ਕਾਲੇ ਪੱਥਰ ਆਪਣੇ ਬੈਗ ਵਿੱਚ ਰੱਖੇ ਸੀ। she drew out 1 pebble, ਉਸਨੇ ਇੱਕ ਪੱਥਰ ਨੂੰ ਉਸਦੇ ਬੈਗ ਵਿੱਚੋਂ ਕੱਢਿਆ and let it fall on pebble strewn path. ਉਸਨੇ ਉਸ ਕਾਲੇ ਇੱਕ ਪੱਥਰ ਨੂੰ ਕੱਢਿਆ ਤੇ ਉਸਨੇ ਹੌਲੀ ਜਿਹੇ ਉਸ ਰਾਹ ਦੇ ਵਿੱਚ ਜੋ ਕਿ ਪੱਥਰਾਂ ਦਾ ਹੀ ਕਾਲੇ ਚਿੱਟੇ ਪੱਥਰਾਂ ਦਾ ਹੀ ਰਾਹ ਸੀਗਾ ਉਸ ਦੇ ਵਿੱਚ ਉਸ ਨੂੰ ਸਟ੍ਰੋਨ ਛੱਡ ਦਿੱਤਾ। What do you understand by the term lateral thinking after reading this chapter? ਇਸ ਚੈਪਟਰ ਨੂੰ ਪੜ੍ਹਨ ਤੋਂ ਬਾਅਦ ਤੁਹਾਡੇ ਦਿਮਾਗ ਦੇ ਵਿੱਚ ਕਿਆ ਵਿਚਾਰ ਆਂਦਾ ਹੈ ਲੇਟਰਲ ਥਿੰਕਿੰਗ ਨੂੰ ਲੈ ਕੇ? ਤਾਂ ਕਹਿੰਦੇ ਜੀ, one is in always confusing condition thinking with creative thinking. ਇੱਕ ਹਮੇਸ਼ਾ ਹੀ ਕਨਫਿਊਜ਼ਿੰਗ ਕੰਡੀਸ਼ਨ ਦੇ ਵਿੱਚ ਡਿਫਰੈਂਟ ਥਿੰਕਿੰਗ ਜਿਹੜੀ ਹੈ ਵਿਦ ਅਲੱਗ ਤਰ੍ਹਾਂ ਦੀ ਸੋਚ ਜਿਹੜੀ ਹੈ ਉਹੀ ਕੰਮ ਆਉਂਦੀ ਹੈ ਜੇਕਰ ਬਹੁਤ ਜ਼ਿਆਦਾ ਕਨਫਿਊਜ਼ਿੰਗ ਕੰਡੀਸ਼ਨ ਹੋਵੇ। ਸੋ ਨੈਕਸਟ ਵਨ, what was Edward de Bono notion about lateral thinking? It is
creative or non-linear thinking, it is thinking differently or doing something different. ਜਿਹੜੀ ਇਹ ਥਿੰਕਿੰਗ ਹੈ ਐਡਵਰਡ ਡੀ ਬੋਨੋ ਜੋ ਮੇਨ ਇਸ ਦੇ ਪ੍ਰੋਪੇਗੇਟ ਕਰਨ ਵਾਲੇ ਰਾਈਟਰ ਨੇ, ਉਹਨਾਂ ਦੇ ਹਿਸਾਬ ਨਾਲ ਇੱਕ ਕ੍ਰੀਏਟਿਵ ਨਵੀਂ ਤਰ੍ਹਾਂ ਦੀ ਔਰ ਨॉन ਲੀਨੀਅਰ ਥਿੰਕਿੰਗ ਜੋ ਕਿ ਆਮ ਧਾਰਨਾ ਹੁੰਦੀ ਹੈ ਉਸ ਦੇ ਨਾਲੋਂ ਅਲੱਗ, ਲਾਈਨ ਤੋਂ ਲੀਨੀਅਰ ਮਤਲਬ ਸਿੱਧੀ ਲਾਈਨ ਤੇ ਨॉन ਲੀਨੀਅਰ ਮਤਲਬ ਥੋੜਾ ਜਿਹਾ ਅਲੱਗ ਢੰਗ ਨਾਲ ਸੋਚ ਕੇ। ਇਟ ਇਜ਼ ਥਿੰਕਿੰਗ ਡਿਫਰੈਂਟਲੀ, ਅਲੱਗ ਢੰਗ ਨਾਲ ਸੋਚਣਾ और doing something different या फिर कुछ अलग ढंग नाल करना। Next one, why did the millionaire not reveal the fact of his affluence to the bank officials? जो मिलेनर सी उसने अपने सच्चाई नू not reveal the fact of his affluence, अपनी सच्चाई जड़ी है बैंक वालियां तो क्यों छुपाई? By knowing the reality, they did not allow him to park his new car at very low price with safety. क्योंकि वो जानदा सी, वो मिलेनर जानदा सी कि जेकर मेरी सच्चाई दा बैंक ऑफिशियल्स नू पता लग गया, they did not allow me, उसनू allow नहीं करनगे टू पार्क हिज न्यू कार, उसकी नवी कार नू पार्क करने दे लई एट अ वेरी लो प्राइस, एक तो रेट भी घट, दूसरा सेफ्टी भी सब तो वध। सो इस करके जो मिलेनर सी उसने ये गल्लां नहीं दसियां। नेक्स्ट क्वेश्चन, वाई वॉज द लोन ऑफिसर अमेज्ड टू नो दैट Thomas had borrowed a loan for $5,000? कहते जी बैंक अफिशियल जड़े सीगे बहुत ज़्यादा अमेज्ड सीगे, बहुत ज़्यादा आश्चर्यचकित सी भी अजिहा क्यों है भी जो थॉमस है वो इन्नी घट अमाउंट जड़ी है वो लोन वजों क्यों ले रहा है? बिकॉज थॉमस हैड डिमांडेड वेरी स्मॉल अमाउंट, क्योंकि थॉमस ने बहुत स्मॉल अमाउंट जी है वह लोन वजों डिमांड की सी, इस करके बैंक ऑफिशियल्स बहुत ज़्यादा कन्फ्यूज सीगे। नेक्स्ट, वट वॉज द मिलेनर्स ट्रिक इन बोरोइंग द लोन, उसका क्या ढंग सीगा? बाय डूइंग दिस he can afford top class safely and security for his costly car in the middle of New York City। इस चलाकी दे नाल, इस ट्रिक दे नाल ओह अपनी अफोर्ड कर सकदा सी बहुत वधिया न्यू कार नू, उसकी सिक्योरिटी ਤੇ ਉਸ ਦੀ ਕੋਸਟ ਦੇ ਅਗੇਂਸਟ ਨਿਊਯਾਰਕ ਸਿਟੀ ਦੇ ਮਿਡਲ ਦੇ ਵਿੱਚ ਪਾਰਕ ਕਰਨ ਦੇ ਵਿੱਚ। ਸੋ ਦਿਸ ਇਜ਼ ਆਲ ਅਬਾਊਟ ਲਿਟਰਲ थिंकिंग आउट ऑफ द बॉक्स। थैंक यू सो मच। सो एवरीबॉडी, ऐसे और भी इंटरेस्टिंग वीडियोस के लिए हमारे चैनल को लाइक करें, सब्सक्राइब करें और बेल आइकन को ज़रूर दबाएं ताकि आप लेटेस्ट अपडेट्स जो हैं वो पा सकें। थैंक यू सो मच।